सत श्री अकाल। अजीत वैब टीवी देख रहे सारे दर्शकों का स्वागत है। मैं हरप्रीत कौर ते अजीत खबरों के इस बुलेटिन में सब तो पहला नज़र मारते हैं अज दीआं चोणवीआं खबरां ते। 30 किसान जथेबंदियां वल्लों केंद्र का सद्दा मंजूर, दिल्ली विच मीटिंग भल के। किसान मजदूर संघर्ष कमेटी ने केंद्र वल्लों गलबात की पेशकश की रद्द। विक्रम सिंह मजीठिया की कोरोना रिपोर्ट आई पॉजिटिव। केंद्रीय वित्त मंत्री वल्लों नवे उत्साह पैकेज का ऐलान ते कार ते एक्टिवा की टक्कर दौरान 3 जख्मी। ते हुणे ना चोणवीआं खबरां दा विस्तार ते कुछ होर अहम खबरां। पंजाब दीआं 30 किसान जथेबंदियां वल्लों अज किसान भवन चंडीगढ़ विखे केंद्र सरकार वल्लों गलबात दे सद्दे बारे फैसला लैण लई एक अहम मीटिंग की गई। इस मीटिंग तो बाद प्रेस कॉन्फ्रेंस करके किसानां ने कहा कि भारत सरकार वल्लों आए सद्दे नूं प्रवान किया गया है। इस दौरान किसान जथेबंदियां ने कहा कि अंदोलन पहलां वांग चलदा रहेगा। उन्होंने कहा कि माल गड्डियां चलाउण दी मंग की जाएगी। दिवाली वाले दिन मशालां बालियां जाणगियां। इस दे नाल ही उन्होंने कहा कि जे मंगां कल ना मन्नियां गईयां तां 26 ते 27 नवंबर नूं दिल्ली घेरांगे। इस दे नाल ही उन्होंने कहा कि 18 नूं डिप्टी दफ्तरां दा घिराओ किया जाएगा। भारत सरकार ਵੱਲੋਂ पत्र आया सारे जथेबंदियां ਨੂੰ रिटर्न ਦੇ ਤੌਰ ਤੇ ਉਹਦਾ ਅਸੀਂ ਅੱਜ ਸਰਬਸੰਮਤੀ ਨਾਲ ਫੈਸਲਾ ਕੀਤਾ ਵੀ ਅਸੀਂ ਉਹ ਗੱਲਬਾਤ ਤੋਂ ਕਦੀ ਵੀ ਨਹੀਂ ਭੱਜੇ ਜਥੇਬੰਦੀਆਂ ਤੇ ਕੱਲ ਵੀ ਅਸੀਂ ਜਾਵਾਂਗੇ ਤੇ ਉਹਨਾਂ ਨਾਲ ਗੱਲਬਾਤ ਟੇਬਲ ਤੇ ਇਹੀ ਰੱਖਾਂਗੇ ਕਿ ਵੀ ਸਾਡੇ ਜਿਹੜੇ 3 ਕਾਨੂੰਨ ਨੇ ਜਿਨ੍ਹਾਂ ਤੋਂ 45 ਦਿਨ ਤੋਂ ਉੱਪਰ ਹੋ ਚੱਲੇ ਜਥੇਬੰਦੀਆਂ ਲੜਾਈ ਲੜ ਰਹੀਆਂ ਨੇ ਵੀ ਇਹ ਵਾਪਸ ਕੀਤੇ ਜਾਣ, ਇਹ ਰੱਦ ਕੀਤੇ ਜਾਣ। ਇਹਦੇ ਨਾਲ ਹੀ ਜਿਹੜਾ ਅੰਦੋਲਨ ਸਾਡੇ ਚੱਲ ਰਿਹਾ ਉਹ ਜਿਉਂ ਦੇ ਤਿਉਂ ਚੱਲਦਾ ਰਹੂਗਾ। ਗੱਡੀਆਂ ਚਲਾਉਣ ਬਾਰੇ ਵੀ ਕੱਲ ਨੂੰ रेलवे मंत्री भी उत्थे बैठणगे साडी मीटिंग च, उन्हां नूं भी कहांगे भी गड्डियां चलाईयां जाण, माल गड्डियां जिहड़ियां कि ऐ लग रहा जिवें पंजाब नाल धक्का करके रोकियां होईयां ने। ते 26-27 नूं जिहड़ा ऑल इंडिया च असीं फैसला कीता होया पंजाब दीआं सारे जथेबंदियां ट्रैक्टर ट्राली ते दिल्ली दा घराओ करनगियां। ਉਹ ਵਿਉਂਤਬੰਦੀ बन चुकी है। कल जे कोई गल साडी नहीं निबड़दी ਉਹ ਸਾਡਾ ਜਿਉਂਦਾ ਤੋਂ 26-27 ਜਿਹੜੀ ਤਰੀਕ ਕਹੀ ਹੋਈ ਆ ਹਜ਼ਾਰਾਂ ਟਰੈਕਟਰ ਟਰਾਲੀ ਲੱਖਾਂ 'ਚ ਕਿਸਾਨ ਆਪਣਾ ਰਾਸ਼ਨ ਨਾਲ ਲੈ ਕੇ ਟਰੈਕਟਰ ਟਰਾਲੀਆਂ 'ਚ ਤੰਬੂ ਲਾ ਕੇ ਪੱਕੇ ਤੌਰ ਤੇ ਦਿੱਲੀ ਘੇਰਨ ਤੱਕ ਜਾਣਗੇ ਜਦ ਤੱਕ ਇਹ ਤਿੰਨੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ। जंडियाला गुरु रेलवे स्टेशन के बाहर किसान मजदूर संघर्ष कमेटी वालों चल रहा धरना 50वें दिन विच पहुंच गया है। केंद्रीय मंत्रियों वालों पंजाब दीआं किसान जथेबंदियां नूं गलबात लई मिले सद्दे नूं किसान मजदूर संघर्ष कमेटी ने कोर कमेटी विच रद्द कर दिता है। किसानां दा कहना है कि बिहार चोण जितण तो बाद दावा किया जा रहा है कि खेती कानून ठीक ने। कमेटी के सूबा जनरल सकत्तर सरवण सिंह पंदेर ने कहा है कि केंद्र वालों मिले सद्दे विच लिखा गया है कि पंजाब विच अंदोलन चल रहा है जिस ਲਈ ਖੇਤੀਬਾੜੀ ਸੰਬੰਧੀ ਮੁਸ਼ਕਲਾਂ ਉੱਪਰ ਗੱਲਬਾਤ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਕੇਂਦਰ ਸਰਕਾਰ ਦਾ ਸੱਦਾ ਆਇਆ ਵਾ ਉਸ ਸੱਦੇ ਵਿੱਚ ਲੰਮੀ ਦੇਰ ਰਾਤ ਤੱਕ ਮੀਟਿੰਗ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਵੀ ਇਸ ਮਾਹੌਲ ਦੇ ਵਿੱਚ ਸਾਨੂੰ ਇਸ ਮੀਟਿੰਗ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਸੱਦੇ ਦੇ ਵਿੱਚ ਲਿਖਿਆ ਵੀ ਪੰਜਾਬ ਵਿੱਚ ਅੰਦੋਲਨ ਚੱਲ ਰਿਹਾ। ਇਸ ਕਰਕੇ ਖੇਤੀ ਦੀਆਂ ਸਮੱਸਿਆ ਤੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਇਹਦਾ ਮਤਲਬ 5 ਨਵੰਬਰ ਨੂੰ ਕੌਮੀ ਪੱਧਰ ਤੇ ਬਹੁਤ ਵੱਡਾ ਅੰਦੋਲਨ ਅਸੀਂ ਲੜਿਆ। ਫਿਰ ਅਸੀਂ ਮੰਨ ਕੇ ਜਾਈਏ ਵੀ ਇਕੱਲਾ ਪੰਜਾਬ 'ਚ ਅੰਦੋਲਨ ਚੱਲ ਰਿਹਾ, ਦੇਸ਼ ਦੇ ਵਿੱਚ ਅੰਦੋਲਨ ਨਹੀਂ ਚੱਲ ਰਿਹਾ। ਦੂਸਰਾ 170 ਜਥੇਬੰਦੀਆਂ 250 ਤੋਂ ਵੱਧ ਜਥੇਬੰਦੀਆਂ ਦਾ ਇੱਕ ਸਾਂਝਾ ਫੋਰਮ ਖੜਾ ਹੋਇਆ। ਉਹਨਾਂ ਦੀਆਂ ਕਮੇਟੀਆਂ ਬਣ ਕੇ ਵੀ ਸਾਹਮਣੇ ਆ ਗਈਆਂ ਤੇ ਅੱਗੇ ਸਾਡੇ ਸਾਹਮਣੇ ਦਿੱਲੀ ਦਾ ਬਹੁਤ ਵੱਡਾ ਘੋਲ ਵੀ ਖੜਾ ਵਾ। ਕੀ ਫਿਰ ਉਹ ਜਿਹੜੀ ਕੇਂਦਰ ਸਰਕਾਰ ਫੁੱਟ ਪਾਉਣਾ ਚਾਹੁੰਦੀ ਆ ਪੂਰੀਆਂ ਦੇਸ਼ ਦੀਆਂ ਜਥੇਬੰਦੀਆਂ ਨੂੰ ਨਾ ਸੱਦ ਕੇ ਉਹ ਫੁੱਟ ਨੂੰ ਸਾਨੂੰ ਫਿਰ ਇਸ ਰੂਪ ਵਿੱਚ ਕਬੂਲ ਕਰ ਲੈਣਾ ਚਾਹੀਦਾ। ਸਾਡੀ ਮੰਗ ਆ ਵੀ ਸਾਰੀਆਂ ਜਥੇਬੰਦੀਆਂ ਸੱਦਣੀਆਂ ਚਾਹੀਦੀਆਂ। ਮੋਦੀ ਜੀ ਨੂੰ ਖੁਦ ਮੀਟਿੰਗ ਕਰਨੀ ਚਾਹੀਦੀ ਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਕੋਰੋਨਾ ਦੀ ਲਪੇਟ ਵਿੱਚ ਆ ਗਏ ਨੇ। ਇਸ ਸੰਬੰਧੀ ਉਹਨਾਂ ਟਵੀਟ ਕਰਕੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਹੈ। ਦੱਸ ਦਈਏ ਕਿ ਪੰਜਾਬ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੀਵਾਲੀ ਤੋਂ ਪਹਿਲਾਂ ਅੱਜ ਮੀਡੀਆ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਆਰਥਿਕਤਾ ਵਿੱਚ ਸੁਧਾਰ ਹੋ ਰਿਹਾ ਹੈ। ਪ੍ਰੈਸ ਕਾਨਫਰੰਸ ਵਿੱਚ ਕੇਂਦਰ ਸਰਕਾਰ ਨੇ ਇੱਕ ਨਵੇਂ ਉਤਸ਼ਾਹ ਪੈਕੇਜ ਦਾ ਐਲਾਨ ਕੀਤਾ।
इस दौरान निर्मला सीतारमन ने एक देश एक राशन कार्ड, आत्मनिर्भर भारत रोजगार योजना, हंगामी कर्जा गारंटी योजना, प्रधानमंत्री मकान उसारी योजना ते किसानां लई कई ऐलान कीते। सरकार दी एक घोषणा अजिहे समय विच आई है जदों कुछ दिन पहलां कैबिनेट ਵੱਲੋਂ उत्पादन नाल जुड़े प्रोत्साहन योजना नूं मंजूरी दित्ती गई सी। Income tax refunds, which even then I did say and even now I'm saying that is people's own money, taxpayers' own money. But why am I including it saying here? Refunds have gone in a big way to the people because in time if they get the money, the refund, it will help them. 1,32,800 crores have gone as refunds to nearly 39.7 lakh assessees. It's their money. I'm not making a claim to that. But refund, instead of sitting with us for whatever reason, which is not right, without any delay, has been given to the tax assessees in time. Prime Minister Rozgar Protsahan Yojana is something which all of you all already know. It exists. It was implemented up to 31/3/2019. It had covered all sectors beginning textiles, and then it was expected to run 3 years. It is running for 3 years. So even if somebody joined the scheme on 31/3/2019, they would be covered under that existing scheme for another, from then 3 years. It is still active. Up to today, there's about 8,300 crores which have been disbursed to the beneficiaries, and there are about 1,52,899 establishments which are covering that many number of 1,21,69,000 odd beneficiaries under the PM Rozgar Protsahan Yojana, which is an existing yojana. ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਅੱਜ ਇੱਕ ਕਾਰ ਤੇ ਐਕਟਿਵਾ ਦੀ ਟੱਕਰ ਦੌਰਾਨ ਐਕਟਿਵਾ ਸਵਾਰ 2 ਔਰਤਾਂ ਤੇ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ 28 ਸਾਲਾ ਕਾਜਲ, 4 ਸਾਲਾ ਲੱਭੋ ਤੇ 36 ਸਾਲਾ ਰਾਜ ਕੌਰ ਵਾਸੀ ਧਰਮਕੋਟ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਫਿਰੋਜ਼ਪੁਰ ਵੱਲ ਜਾ ਰਹੇ ਸਨ ਤਾਂ ਉਹਨਾਂ ਦੀ ਟੱਕਰ ਇੱਕ ਕਾਰ ਦੇ ਨਾਲ ਹੋ ਗਈ, ਜਿਸ ਦੇ ਚਲਦਿਆਂ ਤਿੰਨੋਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਡਾਕਟਰ ਗੁਰਜਿੰਦਰ ਨੇ ਦੱਸਿਆ ਕਿ ਇਹਨਾਂ ਤਿੰਨਾਂ ਵਿੱਚੋਂ ਮਹਿਲਾ ਕਾਜਲ ਬੇਹੋਸ਼ੀ ਦੀ ਹਾਲਤ ਵਿੱਚ ਸੀ ਤੇ ਲੱਭੋ ਪੁੱਤਰ ਚੰਨਾ ਦੀ ਹਾਲਤ ਕਾਫੀ ਨਾਜ਼ੁਕ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟੀ ਸਿੱਧੀ ਖੇਤਾਂ ਵਿੱਚ ਜਾ ਡਿੱਗੀ। ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ASI ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਂਜੀ 12 ਵਜੇ ਦੇ ਕਰੀਬ 3 ਪੇਸ਼ੈਂਟ ਲੈ ਕੇ ਆਏ ਸੀ ਮੇਰੇ ਕੋਲ 108 ਵਾਲੇ, ਕਾਜਲ, ਲਾਭੋ ਐਂਡ ਰਾਜ ਕੌਰ। ਇਹ ਇਹਨਾਂ ਦਾ ਐਕਸੀਡੈਂਟ ਹੋਇਆ ਪ੍ਰਗਟ ਸਾਹਿਬ ਦੇ ਨੀਅਰ ਅਬਾਊਟ ਹੋਇਆ ਤੇ ਧਰਮਕੋਟ ਦੇ ਪੇਸ਼ੈਂਟ ਆ। ਜਿਹੜੀ ਕਾਜਲ ਸੀਗੀ ਉਹਦੇ ਸਿਰ ਦੀ ਸੱਟ ਸੀਗੀ ਤੇ ENT ਬਲੀਡ ਸੀਗਾ, ਕਾਫੀ ਜ਼ਿਆਦਾ ਬਲੀਡ ਸੀਗਾ ਤੇ ਬੱਚੇ ਦੇ ਲੱਤ ਦੀ ਪ੍ਰੋਬਲਮ ਸੀ, ਕਾਫੀ ਜ਼ਿਆਦਾ ਮਤਲਬ ਸੱਟ ਲੱਗੀ ਸੀ, ਫ੍ਰੈਕਚਰ ਹੀ ਕਹਿ ਸਕਦੇ ਆਪਾਂ। ਤੇ ਰਾਜ ਕੌਰ ਦੇ ਵੀ ਸਿਰ ਦੀ ਸੱਟ ਸੀਗੀ ਤੇ ਕਾਫੀ ਸਿੱਕ ਕੰਡੀਸ਼ਨ ਸੀ ਤਿੰਨਾਂ ਦੀ ਤੇ ਉਹਨਾਂ ਨੂੰ ਫਰੀਦਕੋਟ ਰੈਫਰ ਕਰਤਾ। ਇੱਥੇ ਕੌਣ ਲੈ ਕੇ ਆਇਆ ਮੈਨੂੰ? ਉਹਨਾਂ ਨੇ ਜਿਨ੍ਹਾਂ 'ਚ ਐਕਸੀਡੈਂਟ ਹੋਇਆ ਉਹੀ ਲੈ ਕੇ ਆਏ ਸੀ ਨਾਲ, ਸਰਦਾਰ ਅੰਕਲ ਸੀਗੇ ਇੱਕ ਨਾਲ, ਆਈ ਥਿੰਕ ਮੇਜਰ ਸਿੰਘ ਸੀਗੇ। ਕਿਸ ਵਹੀਕਲ ਤੇ ਲੈ ਕੇ ਆਏ? 108 ਤੇ ਲੈ ਕੇ ਆਏ ਆ ਤੇ ਉਹ ਆਪਣੀ ਵਹੀਕਲ ਵੀ ਨਾਲ ਲੈ ਕੇ ਆਏ ਸੀਗੇ, 108 ਤੇ ਨਾਲ ਹੀ ਲੈ ਕੇ ਆਏ। ਇਹਨਾਂ ਦੀ ਏਜ ਕੀ ਸੀ ਮੈਡਮ? ਏਜ ਲੜਕੀ ਦੀ ਜਿਹੜੀ ਸਾਨੂੰ ਲਿਖਾਈ ਗਈ ਹੈ ਐਗਜ਼ੈਕਟ ਤਾਂ ਸਾਨੂੰ ਵੀ ਨਹੀਂ ਪਤਾ, 28 ਦੱਸੀ ਗਈ ਹੈ, ਬੱਚੇ ਦੀ 4 ਸਾਲ ਤੇ ਜਿਹੜੇ ਆਂਟੀ ਸੀ ਉਹਨਾਂ ਦੇ 36 ਸਾਲ। ਉਹਨਾਂ ਵਿੱਚੋਂ ਕੋਈ ਲੜਕੀ ਬੇਹੋਸ਼ੀ ਕੌਣ ਬੇਹੋਸ਼ੀ? ਹਾਂਜੀ ਉਹਨਾਂ ਦੀ ਲੜਕੀ ਕੰਡੀਸ਼ਨ ਕਿਤੇ ਕੋਈ ਸਾਰੇ ਦੀ ਠੀਕ ਹੈ? ਨਹੀਂ ਜਿਹੜੀ ਕਾਜਲ ਦੀ ਕੰਡੀਸ਼ਨ ਜ਼ਿਆਦਾ ਸਿੱਕ ਸੀਗੀ, ਓਕੇ, ਉਹਨੂੰ ਬੇਹੋਸ਼ ਹੀ ਸੀਗੀ, ਬਿਲਕੁਲ ਬੇਹੋਸ਼ ਹੀ ਸੀਗੀ, ਮੂੰਹ ਚੋਂ ਖੂਨ ਨਿਕਲੀ ਜਾ ਰਿਹਾ ਸੀ, ਨੱਕ ਚੋਂ ਵੀ ਬਹੁਤ ਜ਼ਿਆਦਾ ਬਲੀਡ ਸੀ। ਮੈਡਮ ਇਹਨਾਂ ਨੂੰ ਰੈਫਰ ਕਿਤੇ ਕੀਤਾ? ਪੇਸ਼ੈਂਟ ਨੂੰ ਫਰੀਦਕੋਟ ਰੈਫਰ ਕਰਤਾ ਤੇ ਉਹਨਾਂ ਨੂੰ। ਇੱਕ ਆਪਣੇ ਐਕਸੀਡੈਂਟ ਹੋਇਆ ਆਪਣੇ ਪ੍ਰਗਟ ਸਾਹਿਬ ਗੁਰਦੁਆਰੇ ਦੇ ਪੈਟਰੋਲ ਪੰਪ ਦੇ ਲਾਗੇ ਜੀ। ਕਿੰਨੇ ਦੇ ਸਵਾਰ ਸੀ ਉਹ? ਗੱਡੀ ਵੱਜੀ ਐਕਟਿਵਾ ਦੇ ਵਿੱਚ ਤੇ ਆਪਣੇ ਐਕਟਿਵਾ ਦੇ ਜਿਹੜੇ ਸਵਾਰ ਸੀ ਤਿੰਨੋਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਰੈਫਰ ਕੀਤਾ ਗਿਆ ਤੇ ਇਸ ਤੋਂ ਅੱਗੇ ਗੁਰੂ ਸਾਹਿਬ ਨੇ ਆਪਣੇ ਮੈਡੀਕਲ ਕਾਲਜ ਫਰੀਦਕੋਟ ਦਾ ਕਰਤਾ ਜੀ। ਠੀਕ ਹੈ, ਕਾਰਵਾਈ ਕਰ ਰਹੇ ਹੋ ਤੁਸੀਂ? ਹਾਂਜੀ ਕਾਰਵਾਈ ਕਰ ਰਹੇ। ਨਗਰ ਨਿਗਮ ਹੁਸ਼ਿਆਰਪੁਰ ਵਿਖੇ ਵੱਖ-ਵੱਖ ਬ੍ਰਾਂਚਾਂ ਵਿੱਚ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਵਿਰੁੱਧ ਜ਼ੋਰਦਾਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਤੇ ਨਗਰ ਨਿਗਮ ਹੁਸ਼ਿਆਰਪੁਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਨਗਰ ਨਿਗਮ ਵਿੱਚ ਵੱਖ-ਵੱਖ ਬ੍ਰਾਂਚਾਂ ਵਿੱਚ ਠੇਕੇ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਇਸ ਸੰਬੰਧੀ ਜਦੋਂ ਮੁਲਾਜ਼ਮਾਂ ਵੱਲੋਂ ਇਸ ਦਾ ਕਾਰਨ ਪੁੱਛਿਆ ਗਿਆ
ਤਾਂ ਠੇਕਾ ਕੰਪਨੀ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਇਸ ਵਾਰ ਦੀਵਾਲੀ ਮੌਕੇ ਉਹਨਾਂ ਨੂੰ ਬੋਨਸ ਦਿੱਤਾ ਜਾਵੇਗਾ, ਪਰ ਹੁਣ ਦੀਵਾਲੀ ਨਜ਼ਦੀਕ ਆਉਣ ਤੇ ਵੀ ਉਹਨਾਂ ਨੂੰ ਕੁਝ ਨਹੀਂ ਦਿੱਤਾ ਗਿਆ। ਸਾਡੇ ਨਗਰ ਨਿਗਮ ਹੁਸ਼ਿਆਰਪੁਰ ਦੇ ਵਿੱਚ ਜਿੰਨੇ ਵੀ ਅਫਸਰ ਸਾਹਿਬਾਨ ਆ, ਮੇਰਾ ਖਿਆਲ ਜਾਂ ਅਨਪੜ੍ਹ ਆ ਜਾਂ ਇਹਨਾਂ ਨੂੰ ਆਉਂਦਾ ਕੁਛ ਨਹੀਂ। ਪੰਜਾਬ ਦੇ ਵਿੱਚ ਸਾਰੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਔਰ ਨਗਰ ਨਿਗਮਾਂ ਦੇ ਵਿੱਚ ਸਾਡੀ ਤਨਖਾਹ ਜ਼ਿਆਦਾ ਮਿਲਦੀ ਹੈ। ਸਾਡੀ ਕਾਰਪੋਰੇਸ਼ਨ ਦੇ ਵਿੱਚ ਤਨਖਾਹ ਜਿਹੜੀ ਹੈ ਉਹ ਘੱਟ ਮਿਲ ਰਹੀ ਹੈ। ਪਿਛਲਾ ਠੇਕਾ ਸੀ ਉਹ 8360 ਰੁਪਏ ਸੀ ਪਿਛਲਾ ਠੇਕਾ। ਨਵਾਂ ਠੇਕੇਦਾਰ ਆਇਆ, ਉਹਨੇ ਕਿਹਾ ਭਈ ਉਹਨੇ ਠੇਕਾ ਲਿਆ, ਉਸ ਬੰਦੇ ਨੇ ਸਾਨੂੰ 7653 ਦੇਣੀ ਸ਼ੁਰੂ ਕਰ ਦਿੱਤੀ। ਅਸੀਂ ਉਹਨੂੰ ਪੁੱਛਿਆ ਭਈ ਇਹ ਤਨਖਾਹ ਘੱਟ ਕਾਹਦੇ ਆ? ਉਹ ਕਹਿੰਦਾ ਜੀ ਤੁਹਾਨੂੰ ਅਸੀਂ ਦੀਵਾਲੀ ਤੇ ਬੋਨਸ ਦੇਣਾ। ਅਸੀਂ ਚੁੱਪ ਕਰ ਗਏ, ਇਸ ਕਰਕੇ ਕਰ ਗਏ ਕਿ ਚਲੋ ਇਹ ਇਹਨਾਂ ਨੇ ਜੇ ਕੋਲ ਤਨਖਾਹ ਮਿਲਦੀ ਰਹੀ ਤਾਂ ਇਹ ਖਰਚ ਹੋ ਜਾਣੀ ਆ, ਦੀਵਾਲੀ ਦੇ ਬੋਨਸ ਮਿਲ ਜੂ, ਇਹਨਾਂ ਦਾ ਦੀਵਾਲੀ ਵਧੀਆ ਮੰਨ ਜਾਊਗੀ। ਹੁਣ ਦੀਵਾਲੀ ਤੋਂ 10 ਕੁ ਦਿਨ ਹੋਏ ਆ, ਆਪਾਂ ਪਹਿਲਾਂ ਇਹਨਾਂ ਨੂੰ ਕਿਹਾ ਵੀ ਸਾਨੂੰ ਬੋਨਸ ਦਿਓ ਜਿਹੜਾ ਸਾਡਾ ਬਣਦਾ। ਇਹ ਕਹਿੰਦਾ ਤੁਹਾਡਾ ਕੋਈ ਬੋਨਸ ਨਹੀਂ ਬਣਦਾ, ਤੁਹਾਨੂੰ ਤਨਖਾਹ ਪੂਰੀ ਦਿੱਤੀ ਆ। ਮੈਂ ਇਹਨਾਂ ਨੂੰ ਕਿਹਾ ਵੀ ਤਨਖਾਹ ਜੇ ਪੂਰੀ ਦਿੱਤੀ ਆ ਤੇ ਉਹ ਜਿਹੜਾ ਡਿਫਰੈਂਸ ਆ 8360 ਦਾ ਤੇ 7653 ਦਾ ਉਹ ਸਾਡਾ ਕਿੱਥੇ ਆ? ਇਹ ਕਹਿੰਦਾ ਜੀ ਤੁਹਾਨੂੰ ਤਨਖਾਹ ਇੰਨੀ ਮਿਲਣੀ ਆ। ਸੋ ਅਸੀਂ ਲੇਬਰ ਕਮਿਸ਼ਨਰ 'ਤੇ ਗਏ ਜੀ, ਅਸੀਂ ਲੇਬਰ ਕਮਿਸ਼ਨਰ ਨੂੰ ਚਿੱਠੀ ਦਿੱਤੀ। ਲੇਬਰ ਕਮਿਸ਼ਨਰ ਇਹਨਾਂ ਚਿੱਠੀ ਕੱਢੀ, ਆਇਆ 9 ਤਰੀਕ ਨੂੰ ਪੇਸ਼ ਹੋਣ ਦੀ, ਇਹ ਉੱਥੇ ਪੇਸ਼ ਨਹੀਂ ਹੋਏ। ਅਸੀਂ ਸਾਰੇ ਗਏ ਆ, ਦੇਖੋ ਅਸੀਂ ਕਿੰਨੇ ਬੰਦੇ ਗਏ ਆ ਉੱਥੇ। ਔਰ ਇਹਨਾਂ ਨੇ ਉਹ ਤੋਂ ਬਾਅਦ ਲੇਬਰ ਕਮਿਸ਼ਨਰ ਨੇ ਇੱਕ ਤਰਫਾ ਫੈਸਲਾ ਕਰਤਾ ਪਰਸੋਂ। ਇਹਨਾਂ ਨੂੰ ਪਰਸੋਂ ਚਿੱਠੀ ਕੱਢ ਦਿੱਤੀ ਵੀ ਤੁਸੀਂ ਇਹਨਾਂ ਦੇ ਬੋਨਸ ਦਿਓ, ਬਣਦਾ ਜਿਹੜਾ ਇਹਨਾਂ ਦਾ ਬੋਨਸ ਦਿਓ। ਇਹ ਸਾਡਾ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਸਾਡੇ ਨਾਲ। ਅੱਜ ਸਿਰਫ ਅਸੀਂ ਦੀਵਾਲੀ ਦੇ ਦਿਨ ਆ ਚੱਲਦੇ ਸਾਰਿਆਂ ਨੇ ਕੰਮ ਕਰ ਰਹੇ ਆ। ਸਰ ਅੱਜ ਟ੍ਰੇਲਰ ਦਿਖਾ ਲੈਣ ਆਏ ਇਹਨਾਂ ਨੂੰ ਅਸੀਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਛੜੀਆਂ ਸ਼੍ਰੇਣੀਆਂ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ BC ਵਿੰਗ ਦੇ ਜ਼ਿਲ੍ਹਾ ਜਥੇਦਾਰਾਂ ਤੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਸਰਪ੍ਰਸਤ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਡਾਕਟਰ ਰੁਪਿੰਦਰਜੀਤ ਕੌਰ ਤੇ ਜਥੇਦਾਰ ਤਾਰਾ ਸਿੰਘ ਸੱਲਾ ਹੁਸ਼ਿਆਰਪੁਰ ਦੇ ਨਾਮ ਸ਼ਾਮਿਲ ਨੇ, ਜਦ ਕਿ ਹਰੀ ਸਿੰਘ ਪ੍ਰੀਤ ਟਰੈਕਟਰਜ਼ ਨਾਭਾ ਨੂੰ ਸਕੱਤਰ ਜਨਰਲ ਬਣਾਇਆ ਗਿਆ ਹੈ। ਡੇਰਾਬੱਸੀ ਨਗਰ ਕੌਂਸਲ ਦਫ਼ਤਰ ਵਿਖੇ ਅੱਜ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਰੋਹ ਵਿੱਚ ਆਏ ਸਫਾਈ ਮੁਲਾਜ਼ਮਾਂ ਨੇ ਨਗਰ ਕੌਂਸਲ ਦਫ਼ਤਰ ਵਿੱਚ ਕੂੜਾ ਸੁੱਟ ਕੇ ਡੰਪਿੰਗ ਗਰਾਊਂਡ ਬਣਾ ਦਿੱਤਾ। ਧਰਨੇ ਤੇ ਬੈਠੇ ਸਫਾਈ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਦੀਵਾਲੀ ਦਾ ਤਿਉਹਾਰ ਨੇੜੇ ਆਉਣ ਤੇ ਵੀ ਕਈ ਮੁਲਾਜ਼ਮਾਂ ਨੂੰ ਠੇਕੇਦਾਰਾਂ ਵੱਲੋਂ ਤਨਖਾਹ ਨਹੀਂ ਦਿੱਤੀ ਗਈ। ਜਦੋਂ ਉਹ ਠੇਕੇਦਾਰਾਂ ਨਾਲ ਗੱਲ ਕਰਦੇ ਨੇ ਤਾਂ ਠੇਕੇਦਾਰ ਕੌਂਸਲ ਅਧਿਕਾਰੀਆਂ ਵੱਲੋਂ ਪੈਸੇ ਨਾ ਦੇਣ ਦੀ ਗੱਲ ਆਖਦਾ ਏ। ਉਹਨਾਂ ਦੱਸਿਆ ਕਿ ਸਫਾਈ ਮੁਲਾਜ਼ਮਾਂ ਤੋਂ ਇਲਾਵਾ ਪਾਣੀ ਦੀ ਟੈਂਕੀਆਂ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਅਜੇ ਤੱਕ ਤਨਖਾਹ ਨਹੀਂ ਮਿਲੀ, ਜਿਹੜੇ ਅੱਜ ਉਹਨਾਂ ਨਾਲ ਕੌਂਸਲ ਦਫ਼ਤਰ ਵਿਖੇ ਧਰਨੇ ਤੇ ਬੈਠੇ। ਮੁਲਾਜ਼ਮਾਂ ਨੇ ਦੱਸਿਆ ਕਿ ਸੁਣਵਾਈ ਨਾ ਕਰਨ ਵਾਲੇ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਕੂੜਾ ਸੁੱਟ ਕੇ ਉਹਨਾਂ ਰੋਸ ਪ੍ਰਗਟ ਕੀਤਾ ਏ। ਸਰ ਇਹ ਹੋਇਆ ਜੀ 15 ਬੰਦੇ ਸਾਡੇ ਸੈਲਰੀ ਨਹੀਂ ਦੇ ਰਹੇ ਜੀ। ਤਿਉਹਾਰ ਦਾ ਟਾਈਮ ਹੈ। ਕਿੰਨੇ ਬੰਦੇ ਆ? 15 ਬੰਦੇ ਆ ਜੀ। ਆਪਣੇ ਪਾਸ ਹੈਗੇ 160 ਬੰਦੇ ਆ। 15 ਬੰਦੇ ਦੀ ਸੈਲਰੀ ਨਹੀਂ ਦੇ ਰਹੇ ਜੀ। ਕੌਣ ਨਹੀਂ ਦੇ ਰਿਹਾ? ਇਹ ਦਫ਼ਤਰ ਵਾਲੇ ਨਹੀਂ ਦੇ ਰਹੇ ਜੀ। ਗੱਲ ਕੀਤੀ ਤੁਸੀਂ ਇਸ ਬਾਰੇ? ਹਾਂਜੀ ਗੱਲ ਕੀਤੀ ਆ ਜੀ, ਠੇਕੇਦਾਰ ਨੇ ਗੱਲ ਕੀਤੀ ਹੈ। ਠੇਕੇਦਾਰ ਉੱਥੇ ਬੈਠਾ ਸੀ, ਇਹ ਬੈਠੇ ਸਾਰੇ ਬੈਠੇ ਸੀ। ਅਫਸਰ ਨੂੰ ਮਿਲੇ ਕਿਸੇ ਨੂੰ? ਅਫਸਰ ਨੂੰ ਈਓ ਸਾਹਿਬ ਨੂੰ ਮਿਲੇ ਜੀ। ਮੇਰੇ ਅਫਸਰ ਈਓ ਸਾਹਿਬ ਨੇ ਕਿਹਾ ਗਿਆ? ਕਹਿੰਦੇ ਜੀ ਮੈਂ ਤਾਂ ਕੁਝ ਨਹੀਂ ਕਰ ਸਕਦੀ ਜੀ। ਠੇਕੇਦਾਰ ਨੂੰ ਲੱਲੇ ਭੱਤੇ ਮਿੱਠੇ ਗੋਲੀਆਂ ਪਾ ਰਹੇ ਜੀ। ਹੋਰ ਜਿਹੜਾ ਤੁਹਾਨੂੰ ਸਫਾਈ ਵਾਸਤੇ ਸਮਾਨ ਦਿੰਦੇ ਸੀ ਜਿਹੜਾ ਨਹੀਂ ਮਿਲ ਰਿਹਾ ਸੀ ਪਿਛਲੇ ਟਾਈਮ ਤੋਂ, ਉਹ ਮਿਲਣਾ ਸ਼ੁਰੂ ਹੋ ਗਿਆ? ਸਰ ਨਹੀਂ ਮਿਲਦਾ, ਉਹਨੇ ਵੀ ਬੜੀ ਮੁਸ਼ਕਲ ਦਿੱਤਾ ਜਿਨ੍ਹਾਂ ਨੇ ਜੀ। ਅੱਜ ਫਿਰ ਇਹ ਜਿਹੜਾ ਤੁਸੀਂ ਗੰਦ ਗੇਰਿਆ ਕਿਹਦੇ ਕਮਰੇ ਦੇ ਬਾਹਰ ਗੇਰਿਆ? ਸਾਰੇ ਈਓ ਸਾਹਿਬ ਦੇ ਕਮਰੇ ਗੇਰਿਆ, ਪ੍ਰਧਾਨ ਜੀ ਦੇ ਕਮਰੇ ਗੇਰਿਆ, ਐਮਈ ਸਾਹਿਬ ਦੇ ਹਰ ਮੇਨ ਗੇਟ ਤੇ ਗਿਆ ਜੀ। ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ? ਤੁਸੀਂ ਸਰ ਕੋਈ ਸੁਣਵਾਈ ਨਹੀਂ ਕਰੀ ਜੀ। ਮੈਂ ਸਵੇਰ ਦਾ ਮਿੱਤਾ ਕਰਦਾ ਫਿਰ ਜੀ। ਅਭਿਨੇਤਾ ਆਸਿਫ ਬਸਰਾ ਨੇ ਵੀਰਵਾਰ ਨੂੰ ਧਰਮਸ਼ਾਲਾ ਦੇ ਮਕਲੋਡਗੰਜ ਵਿੱਚ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ। ਆਸਿਫ ਨੂੰ ਉਸਦੀ UK ਸਥਿਤ ਪ੍ਰੇਮਿਕਾ ਨੇ ਉਸਦੇ ਘਰ ਦੀ ਛੱਤ ਤੇ ਲਟਕਿਆ ਦੇਖਿਆ ਸੀ। ਉਹ 53 ਸਾਲ ਦਾ ਸੀ। ਥੀਏਟਰ ਅਦਾਕਾਰ ਨੇ ਮੈਕਲੋਡਗੰਜ ਵਿੱਚ 2 ਮਕਾਨ ਕਿਰਾਏ ਤੇ ਲਏ ਸਨ। ਵੀਰਵਾਰ ਸਵੇਰੇ ਕਰੀਬ 10:30 ਵਜੇ ਆਸਿਫ ਆਪਣੇ ਕੁੱਤੇ ਨੂੰ ਸੈਰ ਕਰਨ ਲਈ ਬਾਹਰ ਲੈ ਗਿਆ। ਜਦੋਂ ਉਹ ਵਾਪਸ ਨਹੀਂ ਆਇਆ ਤਾਂ ਉਸਦੀ ਮਿੱਤਰ ਉਸਦੀ ਭਾਲ ਵਿੱਚ ਨਿਕਲੀ। ਉਸਨੇ ਕੁੱਤਾ ਖੁੱਲਾ ਘੁੰਮਦਾ ਦੇਖਿਆ। ਇਸ ਤੋਂ ਬਾਅਦ ਉਹ ਆਸਿਫ ਦੇ ਦੂਜੇ ਘਰ ਗਈ ਜਿੱਥੇ ਉਸਦੀ ਦੇਹ ਛੱਤ ਤੇ ਲਟਕ ਰਹੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਪੱਧਰ ਤੇ ਮਨਾਇਆ ਗਿਆ। ਇਸ ਸਮੇਂ ਸੂਬਾ ਸਰਕਾਰ ਵੱਲੋਂ ਖਰਚ ਕੀਤੀ ਗਈ ਰਾਸ਼ੀ ਵਿੱਚੋਂ 100 ਕਰੋੜ ਰੁਪਏ ਤੋਂ ਵੱਧ ਦਾ ਘਪਲਾ ਹੋਣ ਦੀਆਂ ਖਬਰਾਂ ਮਿਲ ਰਹੀਆਂ ਨੇ। ਗੁਰੂ ਨਾਨਕ ਦੇਵ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਚੇਅਰਮੈਨ ਬਲਾਕ ਸੰਮਤੀ ਸੁਖਵਿੰਦਰ ਸਿੰਘ ਸੁਖ ਨੇ ਮੰਗ ਕੀਤੀ ਕਿ ਘਪਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਜਿਹੜੇ ਐਲਾਨ 550 ਸਾਲਾਂ ਤੇ ਹੋਏ ਸੀ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਪਿੰਡ ਬਾਬੇ ਨਾਨਕ ਜੀ ਦਾ ਬਣਾਉਣ ਦੇ ਲਈ
ਜ਼ਮੀਨ ਦੀ ਐਕੁਜੀਸ਼ਨ ਦੀ ਵੀ ਇਹਨਾਂ ਨੇ ਸ਼ੁਰੂ ਕੀਤਾ ਸੀ। ਉਹ ਪ੍ਰੋਜੈਕਟ ਹੱਲੇ ਤੱਕ ਅਧੂਰਾ ਹੈ। ਕਿਸੇ ਨੂੰ ਵੀ ਕੁਛ ਨਹੀਂ ਉਹਦੇ ਬਾਰੇ ਪਤਾ ਲੱਗਾ। ਜਿੰਨੇ ਕਿ ਮੈਨੂੰ ਸੋਰਸਾਂ ਤੋਂ ਪਤਾ ਲੱਗਾ ਕਿ ਕੇਂਦਰ ਸਰਕਾਰ ਨੇ ਆਪਣੇ ਸ਼ੇਅਰ ਭੇਜ ਦਿੱਤੇ, ਪਰ ਪੰਜਾਬ ਸਰਕਾਰ ਹੱਲੇ ਉਹਦੇ ਲਈ ਕੋਈ ਬਹੁਤ ਯਤਨਸ਼ੀਲ ਨਹੀਂ ਹੋਈ। ਪੰਜਾਬ ਸਰਕਾਰ ਨੂੰ ਵੀ ਉਸ ਦੇ ਲਈ ਯਤਨਸ਼ੀਲ ਹੋ ਕੇ, ਕਿਉਂਕਿ ਸਭ ਤੋਂ ਪਵਿੱਤਰ ਨਗਰੀ ਜਿੱਥੋਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੱਚ ਦੇ ਮਾਰਗ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣੇ ਦੇ ਉਪਦੇਸ਼ ਦਿੱਤੇ, ਅੱਜ ਉਹ ਨਗਰੀ ਸਾਡੀ ਪਛੜੀ ਹੋਈ ਹੈ। ਕੁਛ ਉਪਰਾਲੇ ਜਿਹੜੇ ਸੈਂਟਰ ਸਰਕਾਰ ਨੇ ਕੀਤੇ ਕਿ ਅਸੀਂ ਨੈਸ਼ਨਲ ਹਾਈਵੇ ਜਿਹੜੀ ਸਾਡੇ ਪਿੰਡਾਂ ਦੇ ਵਿੱਚੋਂ ਦੀ ਲੰਘਣੀ ਹੈ, ਉਸ ਦੇ ਵਿੱਚ ਵੀ ਕੁਛ ਕਿਸਾਨ ਜਿਹੜੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਆ ਰਹੀਆਂ ਨੇ, ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਨੂੰ ਮਾਰਕੀਟ ਰੇਟ 'ਤੇ ਹੀ ਜਿਹੜੇ ਸੋਰਸਾਂ ਤੋਂ ਪਤਾ ਲੱਗਦਾ ਹੈ ਕਿ ਪੈਸੇ ਦੇਣ ਦੇ ਯਤਨ ਕਰ ਰਹੇ ਨੇ, ਪਰ ਉਸ ਕਿਸਾਨ ਨੂੰ ਜਿਹੜੀਆਂ ਵੀ ਨੀਤੀਆਂ ਸਾਡੀਆਂ ਪਹਿਲਾਂ ਤੈਅ ਹੋਈਆਂ ਨੇ ਉਹਦੇ ਮੁਤਾਬਕ ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਏ, ਤਾਂ ਜੋ ਉਹ ਆਪਣੀ ਰੋਜੀ ਰੋਟੀ ਲਈ ਹੋਰ ਜਗ੍ਹਾ 'ਤੇ ਜ਼ਮੀਨਾਂ ਖਰੀਦ ਸਕਣ। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਸਤਿ ਸ਼੍ਰੀ ਅਕਾਲ।